रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। इस वैबसाइट पर जाके तुसी किसी भी वक्त ते पूरी दुनिया दे विच किते भी बैठ के सानू लाइव सुन सकते हो। जेकर चलते प्रोग्राम दौरान तुसी विषय नाल संबंधित कोई सवाल, कोई जानकारी या कोई तजर्बा साझा करना चाहो तो 604 592 91 91 604 592 9191 साडा स्टूडियो का नंबर है। नंबर डायल करके तुसी चलते प्रोग्राम दे शरीक हो सकते हो। सो आओ प्रोग्राम की विधिवत शुरुआत करते हैं। द संडे शो निर्धारित 4 पड़ावी प्रोग्राम ਨੂੰ ਵਿਸਾਰ ਦੇਣ ਦੇ ਲਈ ਸਾਡੇ ਨਾਲ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲੀਨ ਸਿੰਘ ਜੀ ਗਿੱਲ ਮੌਜੂਦ ਨੇ। ਗਿੱਲ ਸਾਹਿਬ ਦਾ ਸਵਾਗਤ ਕਰ ਲਈਏ ਜੀ, ਫਿਰ ਉਸ ਤੋਂ ਬਾਅਦ ਦਾ ਸੰਡੇ ਸ਼ੋਅ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸੋ ਗਿੱਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ ਜੀ। ਸੋ ਗਿੱਲ ਸਾਹਿਬ, ਜਿਵੇਂ ਕਿ ਸਾਡੇ 4 ਪੜਾਅ ਹੁੰਦੇ ਆ, ਇੱਕ ਸਾਡਾ ਅਹਿਮ ਪੜਾਅ ਇਤਿਹਾਸ ਦੇ ਝਰੋਖੇ ਚੋਂ ਜਿਹਦੇ ਚ ਬਹੁਤ ਬਰੀਕੀ ਵਾਲੀਆਂ ਜਾਣਕਾਰੀਆਂ ਹੁੰਦੀਆਂ ਨੇ। 15 ਅਗਸਤ ਆ ਰਹੀ ਹੈ, ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਆ ਰਿਹਾ ਔਰ ਅਸੀਂ ਜਿਹੜਾ ਪ੍ਰੋਗਰਾਮ ਬਣਾਇਆ ਉਹਦੇ ਮੁਤਾਬਕ ਇਹ ਹੈ ਕਿ ਅਸੀਂ 15 ਅਗਸਤ ਤੱਕ ਲਗਾਤਾਰ ਇਹਨੂੰ ਮਤਲਬ ਕਿ ਇਹਦੇ ਇਤਿਹਾਸ ਦੇ ਜਿਹੜੇ ਵੀ ਪੜਾਅ ਹੈਗੇ ਆ ਉਹਨਾਂ ਪੜਾਵਾਂ ਨੂੰ ਅਸੀਂ ਸਾਡੇ ਸਰੋਤਿਆਂ ਤੱਕ ਰੱਖਣਾ ਹੈ ਜੀ। ਕਿੱਥੇ ਕਿਵੇਂ ਹੋਇਆ, ਕਿਉਂ ਹੋਇਆ, ਦੇਸ਼ ਆਜ਼ਾਦ ਕਿਉਂ ਗੁਲਾਮ ਕਿਵੇਂ ਹੋਇਆ ਔਰ ਫਿਰ ਆਜ਼ਾਦ ਕਿਵੇਂ ਹੁੰਦਾ ਹੈ। ਉਹਦੇ ਵਾਸਤੇ ਸਾਨੂੰ ਕਿਹੜੀਆਂ ਘਾਲਨਾਵਾਂ ਘਾਲਣੀਆਂ ਪੈਂਦੀਆਂ ਨੇ, ਕਿੱਥੇ ਸਾਡਾ ਨੁਕਸਾਨ ਹੁੰਦਾ, ਕਿੱਥੇ ਸਾਡਾ ਫਾਇਦਾ ਹੁੰਦਾ, ਸਾਰੀ ਗੱਲ ਤੁਹਾਡੇ ਤੋਂ ਜਾਣਾਂਗੇ ਅਸੀਂ। ਸੋ ਪਹਿਲੇ ਪੜਾਅ ਦੇ ਵਿੱਚ ਕਿਉਂਕਿ ਜ਼ਰੂਰੀ ਹੈ ਕਿ ਅਸੀਂ ਆਜ਼ਾਦੀ ਤੋਂ ਪਹਿਲਾਂ ਗੁਲਾਮੀ ਦੇ ਕਾਰਨਾਂ ਨੂੰ ਜਾਣੀਏ, ਗੁਲਾਮੀ ਦੇ ਉਸ ਮੰਜ਼ਰ ਨੂੰ ਜਾਣੀਏ ਕਿ ਅਸੀਂ ਆਖਿਰ ਗੁਲਾਮ ਕਿਵੇਂ ਹੋਏ ਹਾਂ। ਸੋ ਅਸੀਂ ਤੁਹਾਡੇ ਤੋਂ ਅੱਜ ਪਹਿਲੇ ਇਤਿਹਾਸ ਦੇ ਝਰੋਖੇ ਦੇ ਵਿੱਚ ਪਹਿਲਾਂ ਜਾਣਨਾ ਚਾਹੁੰਦੇ ਹਾਂ ਕਿ ਭਾਰਤ ਗੁਲਾਮ ਕਿਵੇਂ ਹੋਇਆ ਜੀ। ਇਹ ਭੰਮ ਸਾਹਿਬ ਇਹ ਬੜਾ ਚੰਗਾ ਉਪਰਾਲਾ ਹੈ ਰੇਡੀਓ ਇੰਡੀਆ ਦਾ ਜਿਸਦਾ ਤੁਸੀਂ ਜ਼ਿਕਰ ਕੀਤਾ ਜੀ। ਜਿਹੜਾ ਇਤਿਹਾਸ ਹੈ ਦੇਖੋ ਉਹ ਆਪਣੇ ਆਪ ਨੂੰ ਦੁਹਰਾਉਂਦਾ ਹੈ। ਬਿਲਕੁਲ। ਜੇ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ ਜਾਊਗਾ ਤਾਂ ਜਿਹੜਾ ਇਤਿਹਾਸ ਹੈ ਉਹ ਫਿਰ ਆਪਦੇ ਆਪ ਨੂੰ ਦੁਹਰਾਊਗਾ। ਬਿਲਕੁਲ। ਜਿਸ ਤਰ੍ਹਾਂ ਰਸੂਲ ਹਮਜ਼ਾ ਤੋਂ ਮੇਰਾ ਦਾਗਿਸਤਾਨ ਦੇ ਵਿੱਚ ਆਖਦੇ ਨੇ ਬਿਲਕੁਲ ਕਿ ਜੇ ਤੁਸੀਂ ਬੀਤੇ ਦੇ ਉੱਤੇ ਗੋਲੀ ਦੇ ਨਾਲ ਵਾਰ ਕਰੋਗੇ ਤਾਂ ਜਿਹੜਾ ਭਵਿੱਖ ਹੈ ਉਹ ਤੁਹਾਨੂੰ ਤੋਪ ਦੇ ਗੋਲੇ ਨਾਲ ਉਡਾਏਗਾ। ਬਿਲਕੁਲ। ਸੋ ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਗੁਲਾਮ ਕਿਉਂ ਹੋਏ। ਬਿਲਕੁਲ। ਜੇ ਗੁਲਾਮੀ ਦੀ ਜੜ ਤੱਕ ਜਾਣਨਾ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਸਮਝਣਾ ਪਊਗਾ ਕਿ ਭਾਰਤ ਦਰਅਸਲ ਹੈ ਕੀ। ਬਿਲਕੁਲ। ਭੰਮ ਸਾਹਿਬ, ਦੁਨੀਆ ਦੇ ਵਿੱਚ ਦੇਸ਼ ਤਾਂ ਮੁਲਕ ਅਨੇਕ ਨੇ, 192-93 ਦੇ ਕਰੀਬ ਜਿਹੜੇ ਮੁਲਕ ਹੈ ਜੀ, ਪਰ ਜਿਹੜੀਆਂ ਸਿਵਲਾਈਜੇਸ਼ਨਲ ਕੰਟਰੀਜ਼ ਨੇ ਜੀ, ਜਿਹੜੀਆਂ ਸੱਭਿਅਤਾ ਦੇ ਆਧਾਰਿਤ, ਜਿਹੜੀ ਇੱਕ ਆਪਣੀ ਵਿਲੱਖਣ ਸੱਭਿਅਤਾ ਦੇ ਉੱਤੇ ਆਧਾਰਿਤ ਜਿਹੜੇ ਮੁਲਕ ਨੇ ਜੀ, ਉਹ ਬੜੇ ਥੋੜੇ ਹੈ ਜੀ। ਇੱਕ ਪਾਸੇ ਤਾਂ ਅਸੀਂ ਜੇ ਪ੍ਰਾਚੀਨ ਸੱਭਿਅਤਾਵਾਂ ਤੇ ਮੰਨ ਲਈਏ, ਇੱਕ ਪਾਸੇ ਸਾਡੇ ਚੀਨ ਹੈ, ਉਹ ਪ੍ਰਾਚੀਨ ਸੱਭਿਅਤਾ ਹੈ। ਭਾਰਤ ਉਸੇ ਤਰ੍ਹਾਂ ਪ੍ਰਾਚੀਨ ਸੱਭਿਅਤਾ ਹੈ। ਗ੍ਰੀਸ, ਯੂਨਾਨ, ਜਿਸ ਤੋਂ ਫਿਰ ਸਾਰੀ ਵੈਸਟਰਨ ਸੱਭਿਅਤਾ ਦੀ ਜਿਹੜਾ ਨਿਰਮਾਣ ਹੁੰਦਾ, ਕ੍ਰੈਡਲ ਹੈ, ਉਹਦਾ ਪਾਲਣਾ ਹੈ, ਉਹ ਗ੍ਰੀਸ ਹੈ, ਯੂਨਾਨ ਉਹ ਹੈ। ਉਹਦੇ ਵਿੱਚੋਂ ਫਿਰ ਰੋਮ ਦੀ ਸੱਭਿਅਤਾ ਉੱਠਦੀ ਹੈ। ਤਾਂ ਹੋਰ ਕੁਝ ਜਿਹੜੀਆਂ ਪ੍ਰਾਚੀਨ ਸੱਭਿਅਤਾਵਾਂ ਸੀਗੀਆਂ ਜੀ। ਹੁਣ ਉਹਦੇ ਮੁਤਲਕ ਜਿਸਦੇ ਡਾਕਟਰ ਮੁਹੰਮਦ ਇਕਬਾਲ ਕਹਿੰਦੇ ਹੈ कि यूनानो मिस्रो रोमा सब मिट गए जहां से, अब तक मगर है बाकी नामो निशां हमारा जी, सारे जहां से अच्छा हिंदुस्तान हमारा। वो कहते हैं कि यूनान, मिस्र, इजिप्ट जिसनों ਅਸੀਂ ਕਹਿੰਦੇ ਆ, ਉਹ ਵੀ ਪ੍ਰਾਚੀਨ ਸੱਭਿਅਤਾ ਸੀਗੀ ਜੀ। ਉਹ ਭਾਰਤੀ ਸੱਭਿਅਤਾ ਦੀ ਸਮਕਾਲੀ ਜੀ ਜੀ। ਯੂਨਾਨ, ਮਿਸਰ, ਰੋਮ ਤੇ ਜਿਹੜੀਆਂ ਹੋਰ ਪ੍ਰਾਚੀਨ ਸੱਭਿਅਤਾਵਾਂ ਨੇ, ਸਭ ਜਹਾਨ ਦੇ ਜਿਹੜੇ ਇਸ ਉਹਨਾਂ ਦੇ ਚਿਹਰੇ ਮੋਹਰੇ ਮਿਟ ਚੁੱਕੇ ਨੇ ਇਸ ਜਹਾਨ ਤੋਂ। ਪਰ ਜਿਹੜੀ ਸਾਡੀ ਸੱਭਿਅਤਾ ਹੈ, ਭਾਰਤੀ ਸੱਭਿਅਤਾ, ਉਹਦਾ ਹਜੇ ਤੱਕ ਜਿਹੜਾ ਨਾਮੋ ਨਿਸ਼ਾਨ ਹੈ ਤੇ ਉਹ ਬਾਕੀ ਹੈ ਤੇ ਉਹ ਪ੍ਰਫੁੱਲਤ ਹੋ ਰਹੀ ਹੈ ਜੀ। ਸੋ ਭਾਰਤ ਦੀ ਜੇ ਅਸੀਂ ਗੱਲ ਕਰੀਏ, ਭਾਰਤ ਕੋਈ ਇੱਕ ਮੁਲਕ ਨਹੀਂ ਜਿਸ ਨੂੰ ਇੱਕ ਬਾਉਂਡਰੀ ਦੇ ਵਿੱਚ ਸੀਮਿਤ ਕਰਕੇ ਦੇਖਿਆ ਜਾ ਸਕੇ, ਪੋਲੀਟੀਕਲ ਬਾਉਂਡਰੀ ਦੇ ਵਿੱਚ ਜੀ। ਜਿਹੜਾ ਭਾਰਤ ਹੈ ਉਹ ਇੱਕ ਸੱਭਿਅਤਾ ਹੈ, ਸੱਭਿਅਤਾ ਤੇ ਆਧਾਰਿਤ ਇੱਕ ਮੁਲਕ ਹੈ ਜਿਸ ਦੀਆਂ ਜਿਹੜੀਆਂ ਬਾਉਂਡਰੀਜ਼ ਹੈ
ਉਹ ਚੇਂਜ ਹੁੰਦੀਆਂ ਰਹੀਆਂ ਨੇ ਸਮੇਂ ਤੋਂ ਸਮੇਂ। ਜੀ ਜੀ। ਕਦੇ ਜਿਹੜਾ ਉਹ ਬਹੁਤ ਹੀ ਡੀਸੈਂਟਰਲਾਈਜੇਸ਼ਨ ਦਾ ਕਾਲ ਆ ਜਾਂਦਾ, ਕਦੇ ਸੈਂਟਰਲਾਈਜੇਸ਼ਨ ਦਾ ਕਾਲ ਆ ਜਾਂਦਾ। ਕਦੇ ਭਾਰਤ ਦੀਆਂ ਜਿਹੜੀਆਂ ਹੱਦਾਂ ਨੇ ਉਹ ਅਫਗਾਨਿਸਤਾਨ ਤੋਂ ਲੈ ਕੇ ਜਿਹੜੀਆਂ ਬਰਮਾ ਤੱਕ ਸਨ, ਪਾਰਟੀਸ਼ਨ ਤੋਂ ਬਾਅਦ ਫਿਰ ਉਹ ਇੱਕ ਹੋਰ ਰੂਪ ਇਖਤਿਆਰ ਕਰ ਲਿਆ। ਸੋ ਉਹ ਜਿਹੜੀਆਂ ਹੱਦਾਂ ਨੇ ਉਹ ਮਹੱਤਵਪੂਰਨ ਨਹੀਂ, ਮਹੱਤਵਪੂਰਨ ਹੈ ਕਿ ਜਿਹੜੀ ਸਾਂਸਕ੍ਰਿਤਿਕ ਜਿਹੜੀ ਸਾਡੀ ਧਰੋਹਰ ਹੈ, ਸਾਂਸਕ੍ਰਿਤਿਕ ਜਿਹੜੀ ਸਾਡੀ ਹੋਂਦ ਹੈ, ਜਿਹੜੀ ਭਾਰਤੀਆਂ ਨੂੰ ਭਾਰਤੀ ਬਣਾਉਂਦੀ ਹੈ। ਜੀ। ਹਾਲਾਂਕਿ ਬਹੁਤ ਵੰਨ ਸੁਵੰਨਤਾ ਭਾਰਤ ਦੇ ਵਿੱਚ ਹੈ, ਰੰਗ ਰੂਪ, ਬੋਲੀ, ਜਿਹੜੀ ਖਾਣ ਪੀਣ ਦਾ ਤਰੀਕਾ, ਪਹਿਰਾਵਾ, ਪਰ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਗਹਿਰਾਈ ਦੇ ਵਿੱਚ ਜਾ ਕੇ ਦੇਖੀਏ ਤਾਂ ਫਿਰ ਵੀ ਇੱਕ ਜਿਹੜੀ ਭਾਰਤੀਅਤਾ ਦੀ ਤੰਦ ਹੈ ਉਹ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਦੀ ਹੈ। ਚਾਹੇ ਤਾਂ ਉਹ ਧਰਮ ਦੇ ਜ਼ਰੀਏ ਹੋਵੇ, ਚਾਹੇ ਉਹ ਹੋਰ ਮਾਨਤਾਵਾਂ ਦੇ ਜ਼ਰੀਏ ਹੋਵੇ, ਜਾਂ ਉਹ ਸਾਡਾ ਆਪਣਾ ਅਹਿਸਾਸ ਭਾਰਤੀ ਹੋਣ ਦਾ ਇੱਕ ਅਹਿਸਾਸ ਹੋਵੇ। ਸੋ ਇਹ ਇੱਕ ਸਾਂਸਕ੍ਰਿਤਿਕ ਜਿਹੜਾ ਇੱਕ ਸੱਭਿਅਤਾ ਆਧਾਰਿਤ ਭਾਰਤ ਮੁਲਕ ਹੈ। ਹੁਣ ਇਹ ਇਕਲੌਤਾ ਅਜਿਹਾ ਮੁਲਕ ਹੈ ਭੰਮ ਸਾਹਿਬ ਜੀ, ਜ਼ਿਆਦਾਤਰ ਮੁਲਕਾਂ ਦੇ ਵਿੱਚ ਸੱਭਿਅਤਾ ਦੇ 3 ਸਾਈਕਲ ਹੋਏ ਨੇ, ਪ੍ਰਾਚੀਨ, ਮੱਧਕਾਲੀਨ ਤੇ ਮਾਡਰਨ ਅਜੋਕੀ। ਜੀ। ਭਾਰਤ ਦੇ ਵਿੱਚ ਜਿਹੜਾ ਉਹ 4 ਸਾਈਕਲ ਹੋ ਚੁੱਕੇ ਨੇ ਸੱਭਿਅਤਾ ਦੇ। ਇਸ ਦੀ ਖਾਸ ਗੱਲ ਹੈ ਕਿ ਕਿਸੇ ਵੀ ਇੱਕ ਸੱਭਿਅਤਾ ਨੇ ਆ ਕੇ ਦੂਜੀ ਸੱਭਿਅਤਾ ਨੂੰ ਮਿਟਾਇਆ ਨਹੀਂ, ਸਗੋਂ ਆਪਣੇ ਆਪ ਦੇ ਵਿੱਚ ਸਮਾ ਲਿਆ ਤੇ ਉਹਨੂੰ ਆਪਣਾ ਹੀ ਅੰਗ ਬਣਾ ਲਿਆ। ਇਹਦੇ ਵਿੱਚ ਹਿਸਟੋਰਿਕ ਪੀਰੀਅਡ ਤੋਂ ਪਹਿਲਾਂ ਭਾਰਤ ਦੇ ਵਿੱਚ ਪ੍ਰੀ ਹਿਸਟੋਰਿਕ ਪੀਰੀਅਡ ਦੀ ਵੀ ਸੱਭਿਅਤਾ ਹੋ ਚੁੱਕੀ ਹੈ, ਜਿਸ ਨੂੰ ਅਸੀਂ ਹੜੱਪਾ ਦੀ ਸੱਭਿਅਤਾ ਕਹਿੰਦੇ ਹਾਂ। ਜੀ ਜੀ। ਹੜੱਪਾ, ਮੋਹਿੰਜੋਦਾੜੋ, ਉਹ ਇੱਕ ਬਹੁਤ ਵਿਸ਼ਾਲ ਸੱਭਿਅਤਾ ਸੀ ਜਿਸ ਦੇ ਨਿਸ਼ਾਨ ਸਾਨੂੰ ਮਹਾਰਾਸ਼ਟਰ ਤੋਂ ਲੈ ਕੇ ਪਾਕਿਸਤਾਨ ਦੇ ਸਿੰਧ ਦੇ ਤੱਕ ਲੱਭਦੇ। ਜੀ। ਉਹ ਫੈਲਾਅ ਉਸਦਾ ਬਹੁਤ ਜ਼ਿਆਦਾ ਸੀ। ਉਸ ਤੋਂ ਬਾਅਦ ਫਿਰ ਜਿਹੜੀ ਵੈਦਿਕ ਸੱਭਿਅਤਾ ਹੈ, ਫਿਰ ਮੱਧਕਾਲੀਨ ਸੱਭਿਅਤਾ ਤੇ ਫਿਰ ਅਜੋਕੀ ਜਿਹੜੀ ਮਾਡਰਨ ਸਿਵਲਾਈਜੇਸ਼ਨ ਹੈ। ਜੀ। ਪਰ ਇਹਦੇ ਵਿੱਚ ਮੁਹੰਮਦ ਇਕਬਾਲ ਦਾ ਜੋ ਕਹਿਣਾ ਸੀਗਾ ਕਿ ਜਿਹੜੀ ਕੋਈ ਵੀ ਸੱਭਿਅਤਾ ਖਤਮ ਨਹੀਂ ਹੋਈ, ਨਿਰੰਤਰਤਾ ਸਾਨੂੰ ਭਾਰਤ ਦੀ ਹੋਂਦ ਦੇ ਵਿੱਚ, ਭਾਰਤ ਦੀ ਹਸਤੀ ਦੇ ਵਿੱਚ ਇੱਕ ਨਿਰੰਤਰਤਾ ਹੈ। ਜੀ ਬਿਲਕੁਲ। ਅਸੀਂ ਅੱਜ ਵੀ ਕਈ ਪ੍ਰਥਾਵਾਂ, ਕਈ ਗੱਲਾਂ ਅਜਿਹੀਆਂ ਕਰ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਆਮ ਜ਼ਿੰਦਗੀ ਦੇ ਵਿੱਚ ਭਾਰਤੀ ਲੋਕ ਉਹਨਾਂ ਨੂੰ ਪ੍ਰੈਕਟਿਸ ਕਰ ਰਹੇ ਹੈ, ਜੋ ਕਿ ਸ਼ਾਇਦ ਹੜੱਪਾ ਕਾਲ ਤੋਂ ਚੱਲੀਆਂ ਆਉਂਦੀਆਂ ਨੇ। ਉਹ ਅਸੀਂ ਉਹਨਾਂ ਨੂੰ ਕਦੇ ਵੀ ਛੱਡਿਆ ਨਹੀਂ। ਉਹ ਸਮੇਂ ਦੇ ਨਾਲ ਸਾਡੇ ਜੀਵਨ ਦੇ ਨਾਲ ਉਹ ਗੱਲਾਂ ਅੱਗੇ ਵਧਦੀਆਂ ਰਹੀਆਂ। ਜੀ। ਜਿਵੇਂ ਤੁਸੀਂ ਦੇਖੋ ਹੜੱਪਾ ਕਾਲ ਦੇ ਸਮੇਂ ਦੇ ਜਿਹੜੀਆਂ ਮੂਰਤੀਆਂ ਸਾਨੂੰ ਲੱਭਦੀਆਂ ਨੇ, ਉਹਦੇ ਵਿੱਚ ਇੱਕ ਔਰਤ ਦੀ ਜਿਹੜੀ ਮੂਰਤੀ ਹੈ ਮਿਲਦੀ ਹੈ, ਜਿਸ ਦੇ ਵਿੱਚ ਉਹਦਾ ਹੱਥ ਇੱਕ ਪੂਰਾ ਉਹ ਚੂੜੀਆਂ ਦੇ ਨਾਲ ਭਰਿਆ ਹੋਇਆ। ਜੀ। ਤੇ ਕੰਨਾਂ ਦੇ ਵਿੱਚ ਉਹਦੇ ਵੱਡੀਆਂ ਵਾਲੀਆਂ ਪਾਈਆਂ ਹੋਈਆਂ ਨੇ। ਸੋ ਕੰਨਾਂ ਦੇ ਵਿੱਚ ਵਾਲੀਆਂ ਪਾਉਣੀਆਂ, ਚੂੜੀਆਂ ਪਾਉਣੀਆਂ, ਇਹ ਦੇਖੋ ਬਈ ਅੱਜ ਵੀ ਜਿਹੜੀਆਂ ਔਰਤਾਂ ਨੇ ਸਾਡੀ ਸੱਭਿਅਤਾ ਦੇ ਵਿੱਚ ਉਹ ਇਹ ਆਮ ਤੌਰ ਤੇ ਕਰਦੀਆਂ ਨੇ। ਬਿਲਕੁਲ। ਇਹ 4000 ਸਾਲ ਤੋਂ ਵੀ ਪੁਰਾਣੀ ਜਿਹੜੀ ਇੱਕ ਪ੍ਰਥਾ ਹੈ, ਇੱਕ ਰਿਵਾਜ ਹੈ ਚੂੜੀਆਂ ਪਾਉਣ ਦਾ, ਵਾਲੀਆਂ ਪਾਉਣ ਦਾ। ਉਹ ਹੜੱਪਾ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ, ਲਗਾਤਾਰ, ਨਿਰੰਤਰ। ਉਹਦੇ ਰੂਪ ਬਦਲਦੇ ਰਹੇ ਹੈ, ਲੇਕਿਨ ਉਹ ਸੱਭਿਅਤਾ ਜਿਹੜੀ ਉਵੇਂ ਕਾਇਮ ਰਹੀ ਹੈ। ਜੀ। ਦੂਸਰਾ ਤੁਸੀਂ ਦੇਖੋ ਵੀ ਜਿਹੜਾ ਇਹ ਵੀ ਹੁਣ ਗੱਲ ਸਿੱਧ ਹੋਈ ਹੈ ਵੀ ਰੁੱਖਾਂ ਦੀ ਜਿਹੜੀ ਪੂਜਾ ਕਰਨੀ, ਪਸ਼ੂ ਪਕਸ਼ੀਆਂ ਦੀ ਪੂਜਾ ਕਰਨੀ, ਇਹ ਵੀ ਹੜੱਪਾ ਸੱਭਿਅਤਾ ਦੀ ਇੱਕ ਦੇਣ ਹੈ। ਬਿਲਕੁਲ। ਉੱਥੋਂ ਤੋਂ ਇਹ ਗੱਲ ਚੱਲੀ ਆ ਰਹੀ ਹੈ। ਤੇ ਉਹ ਅੱਜ ਵੀ ਜਿਹੜਾ ਸਾਡੇ ਹਿੰਦੁਸਤਾਨੀ ਧਰਮ ਦੇ ਵਿੱਚ ਇਹ ਜਿਹੜੀ ਰੁੱਖਾਂ ਦੇ ਦੇਖੋ ਲੋਕ ਧਾਗਾ ਲਪੇਟਦੇ ਨੇ ਜਾ ਕੇ ਰੁੱਖ ਨੂੰ, ਉਸ ਦੀ ਪੂਜਾ ਕਰਦੇ ਨੇ। ਕਈ ਰੁੱਖਾਂ ਨੂੰ, ਕਈ ਜੰਗਲਾਂ ਨੂੰ ਮੰਨਿਆ ਜਾਂਦਾ, ਸੈਕਰਡ ਮੰਨਿਆ ਜਾਂਦਾ, ਪਵਿੱਤਰ ਜੰਗਲ ਮੰਨਿਆ ਜਾਂਦਾ, ਜਿੱਥੇ ਜਿਹੜੇ ਕਬੀਲਾਈ ਲੋਕ ਨੇ ਉਹ ਕਹਿੰਦੇ ਦੇਵੀ ਦੇਵਤਿਆਂ ਦਾ ਵਾਸ ਹੈ, ਉੱਥੇ ਰੁੱਖ ਨਹੀਂ ਕੋਈ ਕੱਟ ਸਕਦਾ। ਪਸ਼ੂਪਤੀ ਦੀ ਜਿਹੜੀ ਇੱਕ ਪੇਂਟਿੰਗ ਮਿਲਦੀ ਹੈ ਉਹ ਵੀ ਹੜੱਪਾ ਦੇ ਵਿੱਚ ਮਿਲਦੀ ਹੈ ਭੰਮ ਸਾਹਿਬ, ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਮਹਾਦੇਵ ਦਾ, ਸ਼ਿਵ ਦਾ ਇੱਕ ਪ੍ਰਾਚੀਨ ਰੂਪ ਹੈ, ਜਿਸ ਦੇ ਵਿੱਚ ਉਹ ਇੱਕ ਯੋਗਿਕ ਮੁੰਦਰਾ ਦੇ ਵਿੱਚ ਜਿਹੜੀ ਉਹ ਚੌਂਕੜੀ ਮਾਰ ਕੇ
ਜਿਸ ਤਰ੍ਹਾਂ ਧਿਆਨ ਲਗਾਇਆ ਜਾਂਦਾ ਹੈ, ਉਸ ਮੁਦਰਾ ਦੇ ਵਿੱਚ ਬੈਠੀ ਇੱਕ ਛਵੀ ਦਿਖਦੀ ਹੈ ਉਸ ਪੇਂਟਿੰਗ ਦੇ ਵਿੱਚ, ਜਿਸ ਦੇ ਆਲੇ ਦੁਆਲੇ ਪਸ਼ੂ ਖੜੇ ਹੈ ਜੀ। ਸੋ ਜਿਹੜੀ ਯੋਗਾ ਦੀ ਸਾਡੀ ਦੇਣ ਹੈ ਭਾਰਤ ਦੀ ਦੁਨੀਆ ਨੂੰ, ਉਹ ਵੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਹੜੱਪਾ ਦੇ ਸਮਿਆਂ ਤੋਂ 4000-5000 ਸਾਲ ਤੋਂ ਉਹ ਚੱਲੀ ਆ ਰਹੀ ਹੈ। ਬਿਲਕੁਲ। ਸੋ ਇਸ ਲਈ ਜੇ ਭਾਰਤ ਨੂੰ ਸਮਝਣਾ ਹੈ ਤਾਂ ਉਹਨੂੰ ਇੱਕ ਤੁਹਾਨੂੰ ਸਮਝਣਾ ਪਊਗਾ ਇੱਕ ਸੰਸਕ੍ਰਿਤੀ ਦੇ ਰੂਪ ਦੇ ਵਿੱਚ, ਜਿਹੜੀ ਪ੍ਰਾਚੀਨ ਸਮਿਆਂ ਤੋਂ ਚੱਲੀ ਆ ਰਹੀ ਹੈ ਤੇ ਹਰ ਯੁੱਗ ਦੇ ਵਿੱਚ ਉਸਨੇ ਆਪਣੇ ਆਪ ਨੂੰ ਇੱਕ ਨਵੀਂ ਦਿੱਖ ਦਿੱਤੀ ਹੈ ਜੀ, ਪਰ ਉਸਨੇ ਆਪਣੇ ਪਿਛੋਕੜ ਦੇ ਨਾਲੋਂ ਕਦੇ ਵੀ ਨਾਤਾ ਨਹੀਂ ਤੋੜਿਆ। ਬਿਲਕੁਲ। ਇਹ ਭਾਮ ਸਾਹਿਬ ਇੱਕ ਸੱਭਿਅਤਾ ਦਾ ਇੱਕ ਸਾਈਕਲ ਹੈ ਜੀ। ਹੁਣ ਜ਼ਾਹਿਰ ਹੈ ਵੀ ਜਿਹੜੀ ਸੱਭਿਅਤਾ ਇੰਨੀ ਪੁਰਾਣੀ ਹੋਵੇ ਉਹਦਾ ਇਤਿਹਾਸ ਵੀ ਬੜਾ ਵੱਡਾ ਹੋਊਗਾ, ਉਸਦੇ ਇਤਿਹਾਸ ਦੇ ਵਿੱਚ ਜਿਹੜੀ ਉਥਲ ਪੁਥਲ ਵੀ ਜ਼ਿਆਦਾ ਹੋਊਗੀ, ਉਸਦੇ ਇਤਿਹਾਸ ਦੇ ਵਿੱਚ ਜੇ ਅਰੂਚ ਹੋਊਗੀ ਤਾਂ ਉਸਦਾ ਜ਼ਵਾਲ ਵੀ ਆਊਗਾ। ਸੋ ਹੁਣ ਅੱਗੇ ਅਸੀਂ ਜ਼ਵਾਲ ਦੇ ਕਾਰਨਾਂ ਦੀ ਗੱਲ ਕਰਾਂਗੇ, ਅਰੂਚ ਦੀ ਗੱਲ ਕਿਸੇ ਦਿਨ ਫੇਰ ਕਰਾਂਗੇ ਜਿੱਦਣ ਪ੍ਰਾਚੀਨ ਸੱਭਿਅਤਾ ਦੀ ਗੱਲ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਵੀ ਗੁਲਾਮ ਫਿਰ ਉਹ ਸੱਭਿਅਤਾ ਦੇ ਵਿੱਚ ਨਿਗਾਰ ਕਿਵੇਂ ਆਇਆ ਤੇ ਸੱਭਿਅਤਾ ਵਿਦੇਸ਼ੀ ਧਾੜਵੀਆਂ ਦੀ ਗੁਲਾਮ ਕਿਵੇਂ ਹੋਈ ਜੀ। ਸੋ ਗਿੱਲ ਸਾਹਿਬ, ਤੁਸੀਂ ਸਾਨੂੰ ਦੱਸਿਆ ਕਿ ਜਿਹੜਾ ਭਾਰਤੀ ਸੱਭਿਅਤਾ ਬਾਰੇ ਤਾਂ ਸਾਨੂੰ ਗਿਆਨ ਹੋ ਗਿਆ ਜੀ। ਹੁਣ ਜਿਹੜੀ ਗੱਲ ਮੁੱਕਦੀ ਉਹ ਇਹ ਹੈ ਕਿ ਇਹ ਜਿਹੜਾ ਨੁਕਸਾਨ ਹੋਇਆ ਜਾਂ ਸਾਡੀ ਗੁਲਾਮੀ ਹੋਈ, ਇਹਦੇ ਸੱਭਿਅਤਾ ਨੂੰ ਛੱਡ ਦੇਣ ਦਾ ਜਾਂ ਇਹਦੇ ਵਿੱਚ ਨਿਗਾਰ ਇਹਦਾ ਕਾਰਨ ਸੀ ਜਾਂ ਕੋਈ ਹੋਰ ਕਾਰਨ ਸੀਗੇ ਜੀ? ਭਾਮ ਸਾਹਿਬ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੰਨੇ ਲੰਬੇ ਇਤਿਹਾਸ ਦੇ ਵਿੱਚ ਜਿਹੜੇ ਸਾਈਕਲ ਹੈ ਜੀ ਉਹ ਆਉਣੇ ਲਾਜ਼ਮੀ ਹੈ। ਕਦੇ ਜਿਹੜੀ ਸੱਭਿਅਤਾ ਉਹ ਸਿਖਰਾਂ ਨੂੰ ਛੂੰਹਦੀ ਹੈ, ਕਦੇ ਉਹਦੇ ਵਿੱਚ ਨਿਗਾਰ ਵੀ ਆਉਂਦਾ। ਹੁਣ ਜੇ ਅਸੀਂ ਇਜ਼ਰਾਈਲ ਦੀ ਗੱਲ ਕਰੀਏ ਜੀ, ਉਹਨਾਂ ਦਾ ਵੀ ਜਿਹੜੇ ਲੋਕ ਹੈ ਬੜਾ ਪੁਰਾਣਾ ਇਤਿਹਾਸ ਹੈ। ਜਿਹੜੀ ਓਲਡ ਟੈਸਟਾਮੈਂਟ ਹੈ, ਜਿਹੜੀ ਬਾਈਬਲ ਦੀ ਜਿਹੜੀ ਪੁਰਾਣੀ ਬਾਈਬਲ ਹੈ ਜਾਂ ਜਿਸਨੂੰ ਜਿਊਇਸ਼ ਬਾਈਬਲ ਕਹਿੰਦੇ ਆ ਜੀ, ਉਹਦੇ ਵਿੱਚ ਵੀ ਯਹੂਦੀਆਂ ਦੇ ਬਾਰੇ ਇਹ ਗੱਲ ਲਿਖੀ ਹੈ ਕਿ ਉਹ ਇੱਕ ਸਮਾਂ ਸੀ ਜਦੋਂ ਉਹ ਈਜਿਪਟ ਦੇ ਲੋਕਾਂ ਦੇ ਗੁਲਾਮ ਹੁੰਦੇ ਸੀ, ਇਜਿਪਸ਼ੀਅਨਸ ਦੇ। ਉੱਥੇ ਗੁਲਾਮ ਬਣ ਕੇ ਜਿਹੜੇ ਪਿਰਾਮਿਡਸ ਹੈ ਵਗੈਰਾ, ਜਿਹੜੇ ਫੈਰੋ ਰੈਮਸਿਸ II ਦੇ ਵੇਲੇ ਫਿਰ ਬੁੱਕ ਆਫ ਐਕਸੋਡਸ ਆਉਂਦੀ ਹੈ ਵੀ ਉਹ ਗੁਲਾਮੀ ਦੇ ਵਿੱਚੋਂ ਕਿਵੇਂ ਬਾਹਰ ਆਉਂਦੇ ਜੀ। ਸੋ ਅੱਜ ਵੀ ਜਿਹੜੇ ਇਜ਼ਰਾਈਲੀ ਲੋਕ ਹੈ ਉਹਨਾਂ ਨੇ ਹੁਣ ਆਪਣਾ ਦੇਖੋ ਇੰਡੀਪੈਂਡੈਂਟ ਕੰਟਰੀ ਬਣਾਈ ਹੈ ਤੇ ਉਹ ਕਿਸ ਤਰ੍ਹਾਂ ਉਹ ਦੁਨੀਆ ਦੇ ਵਿੱਚ ਇੱਕ ਮੋਹਰੀ ਦੇਸ਼ ਬਣਿਆ ਹੋਇਆ ਹੈ। ਸੋ ਉਸੇ ਤਰ੍ਹਾਂ ਜੇ ਮੈਂ ਭਾਰਤੀ ਸੱਭਿਅਤਾ ਦੀ ਗੱਲ ਕਰਾਂ, ਫਿਰ ਵੈਦਿਕ ਪੀਰੀਅਡ ਆਉਂਦਾ, ਪੋਸਟ ਵੈਦਿਕ ਪੀਰੀਅਡ ਆਉਂਦਾ ਜੀ, ਜਿਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਚੀਵਮੈਂਟਸ ਹੈ, ਬਹੁਤ ਸਾਰੀਆਂ ਉਚਾਈਆਂ ਨੂੰ ਜਿਹੜੀ ਭਾਰਤੀ ਸੱਭਿਅਤਾ ਉਹ ਛੂੰਹਦੀ ਹੈ, ਪਰ ਨਾਲ ਦੀ ਨਾਲ ਉਹਦੇ ਵਿੱਚ ਕੁਝ ਜਿਹੜੀਆਂ ਊਣਤਾਈਆਂ ਵੀ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਜਿਸ ਤਰ੍ਹਾਂ ਕਿ ਕਾਸਟ ਸਿਸਟਮ ਜੀ, ਤੇ ਹੋਰ ਇੱਕ ਕਹਿ ਸਕਦੇ ਹਾਂ ਵੀ ਧਾਰਮਿਕ ਤੌਰ ਦੇ ਉੱਤੇ ਜਿਹੜਾ ਇੱਕ ਰੂੜੀਵਾਦ, ਉਹ ਦੋਨੇ ਚੀਜ਼ਾਂ ਨੇ ਜਿਹੜੀਆਂ ਫਿਰ ਉਹ ਸਾਡੀ ਸਿੱਖਤਾ ਉਹ ਸਮਾਜ ਨੂੰ ਵੰਡਣ ਦਾ ਕੰਮ ਕਰਦੀ ਹੈ। ਜਿਹੜੀ ਜਾਤੀ ਪ੍ਰਥਾ ਹੈ ਜੀ, ਉਹ ਸਮਾਜ ਨੂੰ ਵੰਡਣ ਦਾ ਕੰਮ ਕਰਦੀ ਹੈ, ਸਮਾਜ ਨੂੰ ਇੱਕ ਨਹੀਂ ਹੋਣ ਦਿੰਦੀ। ਸੋ ਜਦੋਂ ਵਿਦੇਸ਼ੀ ਧਾੜਵੀਆਂ ਦਾ ਹਮਲਾ ਹੁੰਦਾ ਹੈ ਤਾਂ ਜਿਹੜੀ 85% ਆਬਾਦੀ ਹੈ ਉਹਨੂੰ ਤਾਂ ਵੈਸੇ ਹੀ ਡੀਮਿਲਟਰਾਈਜ਼ ਕੀਤਾ ਹੋਇਆ ਹੈ। ਉਹਨਾਂ ਨੂੰ ਤਾਂ ਇਹ ਗੱਲ ਆਖੀ ਹੋਈ ਹੈ ਕਿ ਤੁਹਾਨੂੰ ਜਿਹੜਾ ਹਥਿਆਰ ਚਲਾਉਣ ਜਾਂ ਰੱਖਣ ਦਾ ਤਾਂ ਕੋਈ ਅਧਿਕਾਰ ਹੀ ਨਹੀਂ। ਉਹ ਏਡੀ ਵੱਡੀ ਆਬਾਦੀ ਦੇ ਵਿੱਚ ਜਿਹੜਾ 15% ਹੈ ਸਿਰਫ ਉਹਦੇ ਕੋਲ ਹੀ ਮਿਲਟਰੀ ਟ੍ਰੇਨਿੰਗ ਹੈ ਜੀ, ਉਹੀ ਮਿਲਟਰੀ ਟ੍ਰੇਨਿੰਗ ਲੈਂਦਾ ਤੇ ਉਹਦਾ ਹੀ ਕੰਮ ਹੈ ਧਾੜਵੀ ਨਾਲ ਲੜਨ ਦਾ। ਜਿਹੜਾ 80-85% ਜਿਹੜੀ ਆਬਾਦੀ ਹੈ ਉਹ ਤੇ ਵੈਸੇ ਹੀ ਜ਼ੁਲਮ ਢਾਏ ਜਾ ਰਹੇ ਨੇ ਤੇ ਉਹ ਆਖਦੇ ਨੇ ਕਿ ਵੀ ਕੋਈ ਗੱਲ ਨਹੀਂ ਵੀ ਸਾਨੂੰ ਕੀ ਫਰਕ ਪੈਂਦਾ ਹੈ, ਸਾਡੀ ਦਾ ਜਿਹੜੇ ਹਾਲਾਤ ਕੋਈ ਵੀ ਹੋਵੇ ਉਹ ਮਾੜੇ ਹੀ ਰਹਿਣੇ। ਸੋ ਦੂਸਰਾ ਭਾਮ ਸਾਹਿਬ ਇੱਕ ਸਾਇੰਸ ਐਂਡ ਟੈਕਨੋਲੋਜੀ ਹੈ ਜਿਹੜੀ ਉਹ ਬੜੀ ਜ਼ਰੂਰੀ ਹੈ ਕਿਸੇ ਵੀ ਸੱਭਿਅਤਾ ਦੀ ਉੱਨਤੀ ਦੇ ਲਈ। ਕਿਸੇ ਵੇਲੇ ਜਿਹੜੀ ਭਾਰਤੀ ਸੱਭਿਅਤਾ ਸੀ, ਚਾਹੇ ਉਹ ਮੈਡੀਕਲ ਸਾਇੰਸ ਦੇ ਵਿੱਚ ਹੋਵੇ, ਜਿਸ ਤਰ੍ਹਾਂ ਵੱਡੇ ਵੱਡੇ ਜਿਹੜੇ ਵੈਦ ਹੈ ਉਹ ਹੋਏ, ਸੁਸ਼ਰੁਤ ਵਰਗੇ ਵੈਦ ਹੋਏ, ਨਾਲੰਦਾ ਵਰਗੀਆਂ ਯੂਨੀਵਰਸਿਟੀਆਂ ਸਾਡੇ ਕੋਲ ਸੀਗੀਆਂ ਜਿੱਥੇ ਵਿਦੇਸ਼ਾਂ ਤੋਂ ਵੀ ਜਿਹੜੇ ਵਿਦਿਆਰਥੀ ਉਹ ਪੜ੍ਹਨ ਭਾਰਤ ਜਾਂਦੇ ਸੀ, ਨਾਲੰਦਾ ਬਿਹਾਰ
ਜਾਂ ਤਕਸ਼ਲਾ ਜਿਹੜੀ ਪੰਜਾਬ ਦੇ ਵਿੱਚ ਸੀਗੀ ਯੂਨੀਵਰਸਿਟੀ, ਕਈ ਹੋਰ ਯੂਨੀਵਰਸਿਟੀ ਸੀਗੀਆਂ, ਉਹਦੇ ਵਿੱਚ ਚਾਹੇ ਤਾਂ ਐਸਟਰੋਲੋਜੀ ਹੋਵੇ, ਚਾਹੇ ਮੈਥਮੈਟਿਕਸ ਹੋਵੇ, ਚਾਹੇ ਮੈਡੀਕਲ ਸਾਇੰਸ ਹੋਵੇ, ਜਿਹਦੇ ਵਿੱਚ ਸੁਸ਼ਰੂਤ ਹੈ ਜਿਹੜਾ ਈਵਨ ਉਹ ਸਰਜਰੀ ਵੀ ਉਸ ਸਮੇਂ ਉਹ ਕਰਿਆ ਕਰਦੇ ਸੀ ਜੀ। ਸੋ ਹਰੇਕ ਚੀਜ਼ ਦੇ ਵਿੱਚ ਜਿਹੜਾ ਭਾਰਤ ਆ ਉਹ ਅੱਗੇ ਸੀ। ਪਰ ਹੌਲੀ ਹੌਲੀ ਕੀ ਹੋਇਆ ਕਿ ਜਿਹੜੀ ਤਰੱਕੀ ਹੈ, ਜਿਹੜੀ ਸਾਇੰਟੀਫਿਕ ਤਰੱਕੀ ਹੈ, ਉਹ ਵੀ ਰੁਕ ਗਈ। ਉਹਦੇ ਪਿੱਛੇ ਵੀ ਕਈ ਕਾਰਨ ਹੈ, ਕਈ ਧਾਰਮਿਕ ਕਾਰਨ ਹੈ, ਕਈ ਜਿਹੜੀ ਇਹ ਵੀ ਗੱਲ ਹੈ, ਜਿਹੜੀ ਜਾਤੀ ਪ੍ਰਥਾ ਦੀ ਗੱਲ ਵੀ ਆ ਜਾਂਦੀ ਹੈ। ਜਦ ਜਿਹੜਾ ਗਿਆਨ ਹੈ ਉਹ ਸਿਰਫ ਇੱਕ ਤਬਕੇ ਤੱਕ ਹੀ ਸੀਮਿਤ ਕਰ ਦਿੱਤਾ ਗਿਆ, ਦੂਸਰਿਆਂ ਨੂੰ ਕਿਹਾ ਗਿਆ ਕਿ ਤੁਹਾਨੂੰ ਪੜ੍ਹਨ ਦਾ ਜਾਂ ਗਿਆਨ ਹਾਸਲ ਕਰਨ ਦਾ ਕੋਈ ਅਧਿਕਾਰ ਹੀ ਨਹੀਂਗਾ। ਸੋ ਉਹ ਜਿਹਦੇ ਕੋਲ ਗਿਆਨ ਸੀ ਉਹ ਹੱਥੀ ਕੰਮ ਨਹੀਂ ਸੀ ਉਹਨੇ ਕਰਨਾ। ਬਿਲਕੁਲ, ਕਿਉਂਕਿ ਜੇ ਕੋਈ ਸਾਇੰਸ ਵਿਗਿਆਨ ਦੇ ਵਿੱਚ ਤੁਸੀਂ ਤਰੱਕੀ ਕਰਨੀ ਹੈ ਤਾਂ ਤੁਹਾਨੂੰ ਜਿਹੜੀ ਪ੍ਰੈਕਟੀਕਲ ਸਮਝ ਵੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਚੀਜ਼ਾਂ ਦੀ ਉਹ ਪ੍ਰੈਕਟੀਕਲ ਸਮਝ ਤਾਂ ਉਹਨੂੰ ਹੋਊਗੀ ਜਿਹੜਾ ਹੱਥੀ ਕੰਮ ਕਰੂਗਾ। ਬਿਲਕੁਲ। ਸੋ ਉਹ ਜਿਹੜੀ ਕਿਰਤ ਤੇ ਜਿਹੜਾ ਗਿਆਨ ਹੈ ਉਹਦੀ ਵੀ ਵੰਡ ਹੋ ਗਈ, ਉਹਨਾਂ ਨੂੰ ਅੱਡ ਕਰ ਦਿੱਤਾ ਗਿਆ। ਉਹਦੇ ਨਾਲ ਵੀ ਜਿਹੜਾ ਵਿਗਿਆਨਕ ਸੋਚ ਹੈ ਜਾਂ ਜਿਹੜੀ ਵਿਗਿਆਨਕ ਤਰੱਕੀ ਹੈ ਉਹ ਰੁਕ ਗਈ। ਕਿਉਂਕਿ ਜਿਹੜੇ ਪੁਰਾਣੇ ਸਮੇਂ ਸੀ, ਜਿਹੜਾ ਉਪਨਿਸ਼ਦ ਦਾ ਵੇਦ ਦਾ ਸਮਾਂ ਸੀ, ਉਦੋਂ ਨਹੀਂ ਦੇਖੀ ਜਾਂਦੀ ਸੀ ਜਿਹੜੀ ਉਦੋਂ ਵਿਅਕਤੀ ਦੀ ਕਾਬਲੀਅਤ ਦੇਖੀ ਜਾਂਦੀ ਸੀ। ਬਿਲਕੁਲ। ਜਿਸ ਤਰ੍ਹਾਂ ਜਿਹੜਾ ਇੱਕ ਉਪਨਿਸ਼ਦ ਦੇ ਵਿੱਚ ਕਹਾਣੀ ਆਉਂਦੀ ਹੈ ਸੱਤਿਕਾਮ ਜਵਾਲਾ ਦੀ। ਸੱਤਿਕਾਮ ਜਵਾਲਾ ਇੱਕ ਰਿਸ਼ੀ ਦੇ ਆਸ਼ਰਮ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਉੱਥੇ ਵਿੱਦਿਆ ਹਾਸਲ ਕਰਨ ਦੇ ਵਾਸਤੇ, ਤੇ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੇਰੀ ਜਾਤੀ ਕੀ ਹੈ। ਤਾਂ ਉਹ ਇਹੀ ਸਵਾਲ ਆਪਣੀ ਮਾਂ ਨੂੰ ਜਾ ਕੇ ਪੁੱਛਦਾ ਹੈ। ਉਸਦੀ ਮਾਂ ਉਸਨੂੰ ਆਖਦੀ ਹੈ ਕਿ ਮੈਂ ਕਈ ਮਾਲਕਾਂ ਦੀ ਸੇਵਾ ਕੀਤੀ ਹੈ, ਮੈਨੂੰ ਨਹੀਂ ਪਤਾ ਤੂੰ ਕਿਸ ਦਾ ਬੱਚਾ ਹੈ। ਤੇ ਉਹ ਇਹੀ ਗੱਲ ਜਾ ਕੇ ਜਦੋਂ ਉਹਨੂੰ ਉੱਥੇ ਗੁਰੂ ਪੁੱਛਦਾ ਹੈ, ਉਹ ਇਹੀ ਉੱਤਰ ਜਿਹੜਾ ਸੱਤਿਕਾਮ ਦਿੰਦਾ ਹੈ। ਜਵਾਲਾ ਉਸਦੀ ਮਾਂ ਹੁੰਦੀ ਹੈ ਵੀ ਮੈਨੂੰ ਨਹੀਂ ਪਤਾ ਵੀ ਮੇਰੀ ਕੀ ਜਾਤੀ ਹੈ, ਕਿਉਂ ਮੇਰੀ ਮਾਂ ਨੇ ਕਈਆਂ ਦੀ ਸੇਵਾ ਕੀਤੀ ਹੈ, ਮੈਨੂੰ ਪਤਾ ਨਹੀਂ ਵੀ ਕਿਹਦਾ ਮੈਂ ਹੈਗਾ। ਤੇ ਉਹ ਜਿਹੜਾ ਰਿਸ਼ੀ ਹੈ ਉਹਨੂੰ ਕਹਿੰਦਾ ਹੈ ਕਿ ਦੇਖ ਤੂੰ ਸੱਚ ਬੋਲਿਆ, ਜਿਹੜਾ ਸੱਚ ਬੋਲਣਾ ਇਹ ਉੱਤਮ ਗੁਣ ਹੈ, ਸੋ ਇਸ ਲਈ ਤੇਰੀ ਜਿਹੜੀ ਜਾਤੀ ਹੈ ਉਹ ਵੀ ਉੱਤਮ ਹੈ ਤੇ ਤੇਰਾ ਸਵਾਗਤ ਹੈ ਮੇਰੇ ਆਸ਼ਰਮ ਦੇ ਵਿੱਚ। ਉਹੀ ਸੱਤਿਕਾਮ ਜਵਾਲਾ ਜਿਹੜਾ ਹੈ ਉਹ ਬਹੁਤ ਵੱਡਾ ਅੱਗੇ ਚੱਲ ਕੇ ਸਕਾਲਰ ਬਣਦਾ ਹੈ ਤੇ ਉਪਨਿਸ਼ਦਾਂ ਦੀ ਰਚਨਾ ਕਰਦਾ ਹੈ ਜੀ। ਹੁਣ ਉਸ ਸਮੇਂ ਭਾਮ ਸਾਹਿਬ ਜਿਹੜੀ ਓਪਰਚੁਨਿਟੀ ਉਸ ਵਿਅਕਤੀ ਨੂੰ ਦਿੱਤੀ ਗਈ ਜਿਹੜਾ ਸਮਾਜ ਦੇ ਹਾਸ਼ੀਏ ਤੇ ਸੀਗਾ, ਤੇ ਉਸਨੇ ਅੱਗੇ ਫਿਰ ਸਮਾਜ ਨੂੰ ਕਿੰਨਾ ਕੁਝ ਕੰਟਰੀਬਿਊਟ ਕੀਤਾ। ਬਿਲਕੁਲ। ਜਦ ਸੱਤਿਕਾਮ ਜਵਾਲਾ ਵਰਗੇ ਜਿਹੜੇ ਹਾਸ਼ੀਏ ਤੇ ਪਏ ਲੋਕ ਸੀ ਉਹਨਾਂ ਦੀ ਐਂਟਰੀ ਹੀ ਬੰਦ ਕਰ ਦਿੱਤੀ ਗਈ ਕਿਸੇ ਵੀ ਤਰ੍ਹਾਂ ਦੇ ਕੰਮਕਾਰ ਦੇ ਵਿੱਚ, ਕਿਸੇ ਤਰ੍ਹਾਂ ਦੇ ਵਿਦਿਅਕ ਅਦਾਰੇ ਦੇ ਵਿੱਚ, ਕਿਸੇ ਤਰ੍ਹਾਂ ਦੀ ਫੌਜੀ ਟ੍ਰੇਨਿੰਗ ਦੇ ਵਿੱਚ, ਤਾਂ ਜਿਹੜਾ ਸਮਾਜ ਹੈ ਉਹ ਕਮਜ਼ੋਰ ਹੋ ਗਿਆ, ਜਿਸ ਦੇ ਕਾਰਨ ਸਮਾਜ ਦੇ ਵਿੱਚ ਵੰਡੀਆਂ ਪਈਆਂ। ਤੇ ਫਿਰ ਜਦ ਵਿਦੇਸ਼ੀ ਧਾੜਵੀਆਂ ਨੇ ਸਮੇਂ ਤੋਂ ਸਮੇਂ ਭਾਰਤ ਨੂੰ ਆਪਣਾ ਗੁਲਾਮ ਬਣਾਇਆ, ਚਾਹੇ ਤਾਂ ਉਹ ਮੱਧ ਏਸ਼ੀਆ ਤੋਂ ਆਉਣ ਵਾਲੇ ਧਾੜਵੀ ਹੋਣ, ਚਾਹੇ ਉਹ ਗ੍ਰੀਕ ਲੋਕ ਹੋਣ ਉਦੋਂ ਪਹਿਲਾਂ, ਚਾਹੇ ਉਦੋਂ ਪਹਿਲਾਂ ਪਰਸ਼ੀਅਨ ਹੋਣ ਈਰਾਨੀ, ਚਾਹੇ ਉਹ ਗ੍ਰੀਕ ਹੋਣ, ਚਾਹੇ ਉਹ ਫਿਰ ਅਰਬੀ ਹੋਣ, ਤੁਰਕ ਹੋਣ, ਤੇ ਫਿਰ ਅੰਗਰੇਜ਼, ਫ੍ਰੈਂਚ, ਪੁਰਤਗਾਲੀ, ਮਤਲਬ ਸਭ ਨੇ ਜਿਹੜੀ ਭਾਰਤ ਦੀ ਇਹ ਇੰਟਰਨਲ ਜਿਹੜੀ ਕਮਜ਼ੋਰੀ ਸੀ ਇਸ ਦਾ ਫਾਇਦਾ ਉਠਾਇਆ ਤੇ ਆਪੋ ਆਪਣਾ ਭਾਰਤ ਨੂੰ ਸਮੇਂ ਤੋਂ ਸਮੇਂ ਗੁਲਾਮ ਬਣਾਇਆ। ਕੁਝ ਲੋਕ ਤਾਂ ਇੱਥੇ ਆਏ ਤੇ ਉਹ ਭਾਰਤ ਦਾ ਹੀ ਹਿੱਸਾ ਬਣ ਗਏ, ਕਿਉਂਕਿ ਜਿਹੜੀ ਭਾਰਤੀ ਸੱਭਿਅਤਾ ਸੀ ਉਹ ਸਭ ਨੂੰ ਕਬੂਲਦੀ ਸੀ। ਬਿਲਕੁਲ। ਉਹ ਇੱਕ ਵੱਡੇ ਸਮੁੰਦਰ ਦੀ ਤਰ੍ਹਾਂ ਸੀ। ਕੁਝ ਲੋਕ ਹੈ ਜਿਸ ਤਰ੍ਹਾਂ ਯੂਰੋਪੀਅਨਸ ਜਿਸ ਤਰ੍ਹਾਂ ਸੀਗੇ, ਉਹਨਾਂ ਨੇ ਭਾਰਤ ਨੂੰ ਆਪਣੀ ਕਾਲੋਨੀ ਬਣਾਇਆ ਤੇ ਭਾਰਤ ਦਾ ਜਿਹੜਾ ਪੈਸਾ ਲੁੱਟ ਕੇ ਉਹਨਾਂ ਨੇ ਬਾਹਰ ਯੂਰਪ ਦੇ ਵਿੱਚ ਕੱਢਿਆ, ਜਿਸ ਦੇ ਨਾਲ ਜਿਹੜੀ ਹੈ ਉਹ ਗੰਗਾ ਦੇ ਕਿਨਾਰੇ ਦੇ ਉੱਤੋਂ ਜਿਹੜੀ ਤਰੱਕੀ ਹੈ ਉਸ ਨੂੰ ਚੱਕ ਕੇ ਥੇਮਸ ਦੇ ਕਿਨਾਰੇ ਤੇ ਉਹ ਲੈ ਗਏ ਜੀ। ਤੇ ਜਿਹੜੀ ਦੂਸਰੀ ਗੱਲ ਹੈ ਕਿ ਜਿਹੜਾ ਗੁਲਾਮੀ ਦਾ ਜਿਹੜਾ ਅੱਜ ਵੀ ਬਚ ਗਿਆ ਹੈ, ਜਿਹੜਾ ਕਲੋਨੀਅਲ ਮਾਈਂਡ ਸੈਟ, ਸਾਡੀ ਗੁਲਾਮ ਮਾਨਸਿਕਤਾ ਜਿਹੜੀ ਹੋ ਚੁੱਕੀ ਹੈ, ਜੀ ਤੋਂ ਅੱਜ ਵੀ ਅਸੀਂ ਬਾਹਰ ਨਹੀਂ ਆ ਸਕੇ। ਬਿਲਕੁਲ। ਉਹ ਅੱਜ ਵੀ ਸਾਡਾ ਨੁਕਸਾਨ ਕਰ ਰਹੀ ਹੈ ਜੀ। ਉਹ ਇਹ ਹੁਣ ਅਗਲੀ ਆਪਾਂ ਕਿਸ਼ਤਾਂ ਦੇ ਵਿੱਚ ਭਾਮ ਸਾਹਿਬ ਇਹ ਹੁਣ
ਗੱਲ ਕਰਾਂਗੇ ਸਾਰੀ 15 ਅਗਸਤ ਦੇ ਤੱਕ ਨਿਰੰਤਰ ਜੀ। ਗੱਲ ਅਸੀਂ ਜਿਹੜੀ ਵੈਸਟਰਨ ਕੋਲੋਨਾਈਜੇਸ਼ਨ ਦੀ ਕਰਾਂਗੇ, ਕਿਉਂਕਿ ਜੇ ਫਿਰ ਗੱਲ ਅਸੀਂ ਸਿਕੰਦਰ ਦੇ ਹਮਲੇ ਤੋਂ ਸ਼ੁਰੂ ਕਰ ਲਈਏ ਜਾਂ ਫਿਰ ਮੁਹੰਮਦ ਬਿਨ ਕਾਸਿਮ ਦੇ ਹਮਲੇ ਤੋਂ ਸ਼ੁਰੂ ਕਰ ਲਈਏ ਜਾਂ ਉਦੋਂ ਪਹਿਲਾਂ ਜਿਹੜੇ ਪਰਸ਼ੀਅਨਸ ਹੈ ਉਹਨਾਂ ਦੇ ਹਮਲੇ ਦੀ ਗੱਲ ਕਰ ਲਈਏ, ਉਹ ਉਦੋਂ ਫਿਰ ਗੱਲ ਜਿਹੜੀ 2000 ਸਾਲ ਪਿੱਛੇ ਚਲੀ ਜਾਂਦੀ ਹੈ ਤੇ ਉਹ ਫਿਰ ਕਥਾ ਜਿਹੜੀ ਹੈ ਉਹ ਬਹੁਤ ਲੰਬੀ ਹੋ ਜਾਣੀ ਹੈ। ਹਾਂਜੀ। ਸੋ ਜੀ, ਔਰ ਅੱਜ ਦੇ ਅਸੀਂ ਇਸ ਜਿਹੜਾ ਇਤਿਹਾਸ ਦੇ ਝਰੋਖੇ ਚੋਂ ਜਿਹੜਾ ਐਪੀਸੋਡ ਹੈ ਇਹਦੀ ਸਮਾਪਤੀ